Hello, friends. We will start physics class plus 2. In plus 2, we will deal with some branches of physics like electromagnetism, optics, modern physics, and electronics. Let me go through of these branches. So, first of all, we will study about electromagnetism. So, what is electromagnetism? It is basically study of charge. So friends, ਅਸੀਂ ਜੋ ਆਪਣੀ ਜੋ ਇਲੈਕਟ੍ਰੋਮੈਗਨੈਟਿਜ਼ਮ ਹੈ ਉਹਦੇ ਵਿੱਚ ਅਸੀਂ ਸਟੱਡੀ ਆਫ ਸਿਰਫ ਚਾਰਜ ਕਰਾਂਗੇ। ਜੋ ਸਟੱਡੀ ਦੇ ਚਾਰਜ ਹੈ ਉਹਦੇ ਬਾਰੇ ਅਸੀਂ ਸਟੱਡੀ ਕਰਾਂਗੇ। ਤਾਂ ਜਿਹੜੀ ਚਾਰਜ ਹੈ ਉਹਨੂੰ ਆਪਾਂ ਕਿੰਨੇ ਤਰ੍ਹਾਂ ਕਿਸ ਸਟੇਟ ਦੇ ਵਿੱਚ ਅਸੀਂ ਸਟੱਡੀ ਕਰ ਸਕਦੇ ਹਾਂ। ਜੋ ਸਾਡੀ ਜੋ ਸਟੇਟ ਹੈਗੀ ਹੈ, ਤਿੰਨ ਸਟੇਟਸ ਦੇ ਵਿੱਚ ਆਪਾਂ ਚਾਰਜ ਨੂੰ ਸਟੱਡੀ ਕਰ ਸਕਦੇ ਹਾਂ। ਫਸਟ ਸਟੇਟਸ ਦੀ ਸਟੱਡੀ ਕਰਾਂਗੇ ਰੈਸਟ ਦੇ ਵਿੱਚ, ਜਾਂ ਹੋ ਸਕਦਾ ਕਿਸੇ ਯੂਨੀਫਾਰਮ ਮੋਸ਼ਨ ਹੋਏ, ਜਾਂ ਹੋ ਸਕਦਾ ਕਿਸੇ ਥਰਡ ਸਟੇਟ ਜਿਹੜੀ ਐਸਲਰੇਟ ਕਰੇ, ਸਾਡਾ ਚਾਰਜ ਹੈ ਉਹ ਐਸਲਰੇਟ ਕਰੇ। ਸੋ ਫਰੈਂਡਸ, ਜਦੋਂ ਚਾਰਜ ਹੈ ਉਹ ਰੈਸਟ ਵਿੱਚ ਹੋਗਾ ਤਾਂ ਅਸੀਂ ਕੀ ਕਰਾਂਗੇ, ਇਹਨੂੰ ਐਜ਼ ਅ ਇਲੈਕਟ੍ਰੋਸਟੈਟ ਵਿੱਚ ਸਟੱਡੀ ਕਰਾਂਗੇ। ਠੀਕ ਹੈ। ਸੋ ਇਲੈਕਟ੍ਰੋਮੈਗਨੈਟਿਜ਼ਮ ਦੀ ਜਿਹੜੀ ਫਸਟ ਜਿਹੜੀ ਆਪਾਂ ਸਬ ਬ੍ਰਾਂਚ ਜਿਹੜੀ ਲਿਖੀ ਉਹ ਸਾਡੀ ਆ ਜਾਂਦੀ ਹੈ ਇਲੈਕਟ੍ਰੋਸਟੈਟਿਕ। ਸੋ ਫਰੈਂਡਸ, ਇਲੈਕਟ੍ਰੋਸਟੈਟਿਕ ਜੋ ਬ੍ਰਾਂਚ ਹੈਗੀ ਆ ਫਿਜ਼ਿਕਸ ਦੀ, ਦ ਬ੍ਰਾਂਚ ਆਫ physics which deal with study of charge at rest। तो साਡਾ फर्स्ट यूनिट प्लस 2 ਦਾ ਇਹੀ ਹੈਗਾ ਕਿ ਜੋ ਅਸੀਂ ਚਾਰਜ ਨੂੰ ਸਟੱਡੀ ਕਰਨਾ ਹੈ ਐਟ ਅ ਰੈਸਟ ਪੋਜੀਸ਼ਨ 'ਚ, ਉਹਨੂੰ ਆਪਾਂ ਕੀ ਕਹਾਂਗੇ, ਇਲੈਕਟ੍ਰੋਸਟੈਟਿਕ ਕਹਿੰਦੇ ਹਾਂ। ਸੋ ਸਾਡਾ ਫਸਟ ਕੁਐਸਚਨ ਸਾਡਾ ਆਉਣਾ ਮਾਈਂਡ ਦੇ ਵਿੱਚ, ਅਸੀਂ ਚਾਰਜ ਬਾਰੇ ਸਟੱਡੀ ਕਰਾਂਗੇ। ਸੋ ਇਸ ਮੀਨ ਕਿ ਜਿਹੜੇ ਚਾਰਜ ਬਾਰੇ ਅਸੀਂ ਇੱਕ ਬਰੀਫ ਸਟੱਡੀ ਕਰਾਂਗੇ। ਸੋ ਮੋਸਟਲੀ 5 ਯੂਨਿਟ ਸਾਡੇ ਪਲੱਸ 2 ਦੀ ਅਸੀਂ ਜੋ ਹੈਗੇ ਉਹ ਚਾਰਜ ਬਾਰੇ ਉਹਦੀ ਗੱਲ ਕਰਾਂਗੇ। ਸੋ ਫਸਟਲੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਚਾਰਜ ਹੁੰਦਾ ਕੀ ਹੈ, ਕਿ ਚਾਰਜ ਹੈ ਕੀ ਹੈ। ਸੋ ਸਟੂਡੈਂਟਸ, ਜਿੱਦਾਂ ਅਸੀਂ ਪਲੱਸ 1 'ਚ ਪੜ੍ਹਿਆ ਅਬਾਊਟ ਮਾਸ ਕੀ ਹੈ, ਮਾਸ ਇਜ਼ ਅ ਪ੍ਰੋਪਰਟੀ ਆਫ ਮੈਟਰ। ਸੋ ਉਸ ਤਰ੍ਹਾਂ ਹੀ ਜਿਹੜਾ ਚਾਰਜ ਹੈਗਾ ਉਹ ਵੀ ਇੱਕ ਮੈਟਰ ਦੀ ਪ੍ਰੋਪਰਟੀ ਹੈਗਾ। ਜਿਸ ਤਰ੍ਹਾਂ ਮਾਸ ਹੁੰਦਾ ਹੈ ਉਸ ਤਰ੍ਹਾਂ ਹੀ ਸਾਡਾ ਚਾਰਜ ਹੁੰਦਾ। ਚਾਰਜ, ਸੋ ਅਸੀਂ ਕਹਿ ਸਕਦੇ ਹਾਂ ਚਾਰਜ ਕੀ ਹੈ, ਚਾਰਜ ਇਜ਼ ਅ property of matter। ਸੋ ਕੋਈ ਐਗਜ਼ੈਕਟ ਡੈਫੀਨੇਸ਼ਨ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਬਿਕੋਜ਼ ਜਿੱਦਾਂ ਹੁਣ ਮਾਸ ਨੂੰ ਮੈਂ ਉੱਦਾਂ ਕਹਾਂਗੇ ਕਿ ਇਟ ਇਜ਼ ਪ੍ਰੋਪਰਟੀ ਆਫ ਮੈਟਰ। ਸੋ ਚਾਰਜ ਵੀ ਇੱਕ ਚੀਜ਼ ਉੱਦਾਂ ਦੀ ਹੈ ਜਿਹੜੀ ਕਿ ਪ੍ਰੋਪਰਟੀ ਆਫ ਮੈਟਰ ਦੀ ਹੈ। ਸੋ ਜਿੱਦਾਂ ਇਲੈਕਟ੍ਰੋਨਸ ਹੁੰਦੇ ਆ, ਪ੍ਰੋਟੋਨਸ ਹੁੰਦੇ ਆ, ਉਹਦੇ ਵਿੱਚ ਕੋਈ ਚਾਰਜ ਹੁੰਦਾ, ਸੋ ਉਹਨੂੰ ਆਪਾਂ ਚਾਰਜ ਕਹਿੰਦੇ ਜਸਟ ਅ ਪ੍ਰੋਪਰਟੀ ਆਫ ਅ ਮੈਟਰ। ਸੋ ਜਿਸ ਤਰ੍ਹਾਂ ਸਟੂਡੈਂਟਸ ਤੁਹਾਨੂੰ ਪਤਾ ਹੀ ਹੈ, ਸੋ ਵੀ ਹੈਵ ਚਾਰਜ ਜਿਹੜੇ ਸਾਡੇ ਕੋਲ, there are two types of the charges, which is positive and negative। ਸੋ ਜਿਹੜਾ ਪੋਜ਼ੀਟਿਵ ਚਾਰਜ ਅਸੀਂ ਕਹਿੰਦੇ ਕਿ ਪ੍ਰੋਟੋਨ 'ਤੇ ਹੁੰਦਾ, ਜੋ ਕਿ ਸਬ ਐਟੋਮਿਕ ਪਾਰਟੀਕਲਸ ਹੈਗੇ, ਅਤੇ ਨੈਗੇਟਿਵ ਚਾਰਜ ਸਾਡਾ ਜਿਹੜਾ ਉਹ ਇਲੈਕਟ੍ਰੋਨਸ 'ਤੇ ਹੁੰਦਾ। ਸੋ ਠੀਕ, ਜੋ ਪ੍ਰੋਟੋਨ 'ਤੇ ਪੋਜ਼ੀਟਿਵ ਚਾਰਜ ਹੁੰਦਾ, ਜਿਹੜਾ ਇਲੈਕਟ੍ਰੋਨ 'ਤੇ ਨੈਗੇਟਿਵ ਚਾਰਜ ਹੁੰਦਾ। ਆਈ ਹੋਪ ਕਿ ਤਾਂ ਯੂ ਨੋ ਅਬਾਊਟ ਐਟਮ that proton are in a nucleus and electrons are revolved around the nucleus, that is atom। So this is the about charge, that is positive and negative। Now we will study about property of charge। Now student, we will deal with property of charge। So property of charge says that when we have like charges, they are repel each other, and when they have unlike charges, they are attract each other। So we have to this rule, what is rule, that
repel each other, and like charges attract each other. So means when we have positive and positive charge, they repel each other. But when we have positive and negative charge, they attract each other. So this is the property of charge, that is how they attract and how they repel each other. Now student, we will deal with another property of charge, that is second property, that is quantization of charge. It means charge is a quantized. Okay, we will not have charge in a fraction or any like that. We will have charge only in quantized state. For example, when we go to the shop and ask the shopkeeper, give me a pen. We ask that, give me a one pen, give me a two pen, give me a three pen. We can never ask, give me one half pen, we give two half pen. We never say that. It means that pen is a quantized. We will get the pen in a particular amount, that is 1, 2, 3, that is natural number or integers. So this means that charge is an integral number of E, where E is a charge, that is smallest charge. So what is quantization of charge? Says that it is Q is equal to N E. N means integral number any, that is 1, 2, 3, 4 and so on. And E is what? E is a charge on one electron, and we can say that that is charge on one electron is the smallest charge which exists. So what is a charge on electron? That is E is equal to 1.6 times 10 to the power minus 19 coulomb. So this is a charge on one electron. So this is very important because so many questions are asked from that. That is, what is charge? That is, what is C? C is coulomb. That is, C is coulomb is the SI unit of charge. So चार्ज की जो यूनिट है वो क्या होती है, वो कूलम होती है. ठीक है. So this is about quantization of charge. And next property, that is conservation of charge. It means charge is conserved. We cannot make or we cannot destroy charge. So for example, let we have a system. Okay, so there is charge, there is atoms are there. So for example, there is plus 5 charge and there is minus 2 charge. Now say me what is charge on this molecule. So obviously this is minus 3 charge, because charge is conserved in a universe. Okay, so total charge in a universe or a system is 0. It means it is a charge is a conserved. Charge can either be created or be destroyed, like energy. But energy can change into mass, and mass can change into energy. But this is not a case. Charge is a conserved. Okay, so system, that is a charge of the system, charge of the whole universe is 0. Understand? Now friends, now we know that charges also exert a force. That charges are also exert a force. Now how they exert a force? Because as we know, when there is positive and there is negative charge, they repel. They attract each other. When there is unlike charge, they attract each other, means it exerts some force. It means so by Newton's law, the gravitation law, we can calculate this force, but we cannot calculate this force by Newton's law. जो ਅਸੀਂ ਜਿਹੜੀ ਨਿਊਟਨ ਲਾਅ ਦੀ ਜ਼ਰੀਏ ਜਿਹੜੀ ਅਸੀਂ ਇਹਦੀ ਫੋਰਸ ਹੈਗੀ ਆ ਉਹ ਅਸੀਂ ਨਹੀਂ ਕੈਲਕੂਲੇਟ ਕਰ ਪਾਉਂਦੇ.
क्योंकि जे असी न्यूटन्स का फॉर्मूला लगाइए दैट इज़ F इज़ इक्वल टू GM अपॉन R स्केयर, जे असी ये वाला फॉर्मूला अप्लाई करिए जी फोर्स है बहुत घट आएगी क्योंकि G बहुत स्मॉल है एंड मास तुहानूं पता ही है प्रोटोन का इलैक्ट्रॉन का कितना अगे स्मॉल होंगे। सो डैट्स वाई जी फोर्स हैगी है जी न्यूटन की फोर्स न्यूटन तो जी असी फोर्स कैलकुलेट करिए वो जी फोर्स बहुत घट आएगी बट सानूं पता जी एटम के जी हैगी प्रोटोन न्यूक्लियस वेरी स्ट्रोंग फोर्स नाल जिहड़े हुंदे बॉन्डड होंगे हैं। सो डैट्स वाई एक जी साडी एक क्वेश्चन आ गया एक साडी एक मुद्दा बन गया जी बर्निंग इशू हो गया कि सानूं एक फोर्स नवीं फोर्स सानूं कैलकुलेट करनी पैनी है जी कि इसनूं एक्सप्लेन करना है। एंड दैन कूलम law, that is coulombs come forward and they state their law, that is force, how to calculate the force between two charges, that is coulomb's say. So what is the coulomb's law? It state that force of interaction between two charges is product of two charges sorry by mistake is directly proportional, that is directly proportional to the product of the two charges and inversely proportional to the square of the distance between them. So sorry, let me explain thoroughly. So basically what he want to say that Coulomb is a scientist who discovered the force between the two charges that for example we have there is positive charge and there is negative charge. So suppose this charge is Q and this is blue Q, there is red Q and this is blue Q. Let the distance between two charges, this is R. So what is the force is going to be said that what is the Coulomb want to say that कि जो फोर्स हैगी है वो डायरेक्टली प्रोपोर्शन होएगी प्रोडक्ट ऑफ द टू चार्जेस दैट इज Q into Q, okay, and this Q not a same, suppose this is 1, this is Q2, this is 1 and this is 2, this is first equation and so think about that अगर असी दो चार्जिस में लैके जावांगे ऑब्वियस है कि जो फोर्स हैगी वो ज़्यादा होएगी बट जे असी वही दो चार्जिस में दूर लैके जावांगे सो ऑब्वियस कि वो जी फोर्स है वो घट होएगी ਇਹਦਾ मतलब कि जी फोर्स हैगी है और डिस्टेंस के नाल घटती जाती जो डिस्टेंस बढ़ावांगे फोर्स घटेगी जे पर फोर्स जी है डिस्टेंस घटावांगे फोर्स इंक्रीज़ करेगी। सो मीनस जी फोर्स का रिलेशन है और डिस्टेंस के इनवर्सली प्रोपोर्शनल है। So force is inversely proportional to square of the distance between them. So by combining the both equation we get F is directly proportional to Q1 Q2 upon R square. So students थानू पता ही है कि जेले साडा जो है वो प्रोपोर्शनैलिटी का साइन आ जाता है असी इनू हटाने हैं तो कॉन्स्टेंट यूज़ करना। सो साडा F की आ जाएगा suppose कि K is a constant, that is Q1 into Q2 upon R square. So this is a force. So now what is K here? K is constant of proportionality, constant of proportionality. So by experimentally they prove K. What is K? K is equal to 1 upon 4 pi epsilon naught or 9 into 10 to the power 9. As is its unit is
Newton meter square coulomb inverse square. So you can derive the units from this formula also, because I know you also you done the units and measurement in class plus one you will done. And what is epsilon naught here? Epsilon naught is equal to electrical permittivity in free space. In free space. So that's why there is not here. Hopefully, my friends, you get this topic very nicely, and if you have doubt, then please ask me. Thank you.